ਸਤਿ ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ। ਤੁਹਾਡੀ ਗੱਲ ਕਰਵਾਉਣ ਜਾ ਰਹੇ ਹਾਂ ਤਰਨਵੀਰ ਧਾਲੀਵਾਲ ਹੋਣਾ ਦੇ ਨਾਲ, ਜੋ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰਸਟੀ ਵਾਰਡ 9 ਤੇ 10 ਤੋਂ ਫਾਈਟ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਰਾਗਿਨੀ, ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤਰਨਵੀਰ, ਤੁਸੀਂ ਜਿਹੜੀ ਸਕੂਲ ਦੀ ਪੜ੍ਹਾਈ ਹੈ ਉਹ ਇੱਥੋਂ ਕੀਤੀ ਔਰ ਇਹੀ ਤੁਸੀਂ ਆਪਣੀ ਕੈਂਪੇਨਿੰਗ 'ਚ ਵੀ ਯੂਜ਼ ਕਰ ਰਹੇ ਹੋ ਕਿ ਵੀ ਕਿਉਂਕਿ ਤੁਹਾਨੂੰ ਪਤਾ ਹੈ ਵੀ ਸਕੂਲ ਬੋਰਡ ਦੇ ਵਿੱਚ ਜਾਂ ਸਕੂਲਸ ਦੇ ਵਿੱਚ ਸਟੂਡੈਂਟਸ ਨੂੰ ਇੱਥੋਂ ਦਿਆਂ ਨੂੰ ਕਿਹੜੀ ਪ੍ਰੋਬਲਮਸ ਆਉਂਦੀਆਂ ਨੇ, ਇਹੀ ਤੁਹਾਡਾ ਕਹਿ ਲਓ ਸਟਰੈਂਥ ਤੁਸੀਂ ਆਪਦੀ ਦੱਸ ਰਹੇ ਹੋ। ਸੋ ਇਸ ਤੋਂ ਇਲਾਵਾ ਵੀ ਤੁਸੀਂ ਪ੍ਰੋਵਿੰਸ਼ੀਅਲ ਦੀ ਗੱਲ ਕਰੀਏ, ਫੈਡਰਲ ਲੈਵਲ ਦੀ ਗੱਲ ਕਰੀਏ, ਕਾਫੀ ਕੈਂਪੇਨਸ ਨੂੰ ਲੀਡ ਵੀ ਕੀਤਾ ਔਰ ਰਨ ਵੀ ਕੀਤੇ ਨੇ। ਇੰਨੀ ਨੌਲੇਜ ਔਰ ਇਨ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਤੁਸੀਂ ਸਕੂਲ ਟਰਸਟੀ ਲਈ ਫਿਰ ਕਿਉਂ, ਅਤੇ ਕਿਵੇਂ ਤੁਹਾਨੂੰ ਲੱਗਦਾ ਵੀ ਜਿਹੜੇ ਬਾਕੀ ਜਿਹੜੇ ਇੱਥੋਂ ਦੇ ਬੌਰਨ ਬ੍ਰੌਟ ਅਪ ਨਹੀਂ ਹੈ ਉਹਨਾਂ ਦੇ ਨਾਲੋਂ ਤੁਹਾਨੂੰ ਕਿਵੇਂ ਇੱਕ ਜਿਹੜਾ ਐਜ ਹੈ ਉਹ ਮਿਲਦਾ? ਮੈਂ ਇੱਥੋਂ ਪਹਿਲਾਂ ਆਬਵੀਅਸਲੀ ਹਾਈ ਸਕੂਲ ਤੋਂ ਬਾਅਦ ਮੈਂ ਕਾਲਟਨ ਯੂਨੀਵਰਸਿਟੀ ਤੋਂ ਆਦੀ ਮਾਸਟਰਸ ਕੀਤੀ ਹੈ, ਮਾਸਟਰ ਇਨ ਪੋਲੀਟੀਕਲ ਮੈਨੇਜਮੈਂਟ। ਸੋ ਉਸ ਤੋਂ ਬਾਅਦ ਮੈਂ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਦੋਨੇ ਲੈਵਲ ਦੇ ਵਿੱਚ ਕੰਮ ਵੀ ਕੀਤਾ ਵਾ। ਅਤੇ ਤੁਸੀਂ ਜਿੱਦਾਂ ਕਿਹਾ ਕਿ ਮੈਂ ਕਈ ਕੈਂਪੇਨਸ ਦੇ ਵਿੱਚ ਵੀ ਮੈਂ ਕੰਮ ਕੀਤਾ ਅਤੇ ਉਹਦੇ ਨਾਲ ਆਪਣੇ ਕੋਲ ਐਕਸਪੀਰੀਅੰਸ ਵੀ ਹੈਗਾ। ਸੋ ਮੈਂ ਇਹੀ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਆਪਣੇ ਕੋਲ ਇਹ ਪੋਜੀਸ਼ਨ ਦੇ ਲਈ ਜਿਹਦੇ ਲਈ ਆਪਾਂ ਇਲੈਕਸ਼ਨ ਲੜ ਰਹੇ ਹਾਂ ਉਹਦੇ ਲਈ ਆਪਣੇ ਕੋਲ ਐਜੂਕੇਸ਼ਨ ਵੀ ਹੈਗੀ ਆ ਅਤੇ ਆਪਣੇ ਕੋਲ ਐਕਸਪੀਰੀਅੰਸ ਵੀ ਹੈਗਾ ਕਿ ਜਿਹੜੇ ਇਸ਼ੂਜ਼ ਹੈਗੇ ਆਪਣੀ ਕਮਿਊਨਿਟੀ ਦੇ ਕਿ ਉਹਨਾਂ ਨੂੰ ਕਿੱਦਾਂ ਹੱਲ ਕੀਤਾ ਜਾ ਸਕਦਾ। ਜੀ, ਜਿਵੇਂ ਤੁਸੀਂ ਗੱਲ ਕੀਤੀ ਵੀ ਤੁਸੀਂ ਕੈਂਪੇਨ ਰਨ ਕੀਤੇ ਆ, ਤੁਸੀਂ ਪ੍ਰੋਵਿੰਸ ਲੈਵਲ 'ਤੇ ਵੀ ਕੀਤੇ, ਫੈਡਰਲ 'ਤੇ ਵੀ, ਫਿਰ ਸਕੂਲ ਟਰਸਟੀ ਕਿਉਂ? ਫਿਰ ਉਸ ਪੋਜੀਸ਼ਨ 'ਤੇ ਕਿਉਂ ਨਹੀਂ ਤੁਸੀਂ ਮਤਲਬ ਟਰਾਈ ਕੀਤਾ ਵੀ ਮੈਂ ਉੱਧਰ ਨੂੰ ਜਾਣਾ, ਇਸ ਲੈਵਲ ਤੋਂ ਕਿਉਂ ਸ਼ੁਰੂਆਤ? ਹਾਂਜੀ, ਸੋ ਮੈਂ ਵੈਸੇ ਮਿਊਨਸੀਪਲ, ਪ੍ਰੋਵਿੰਸ਼ੀਅਲ ਐਂਡ ਫੈਡਰਲ ਤਿੰਨੇ ਲੈਵਲ ਦੇ ਕੈਂਪੇਨਸ ਅਤੇ ਆਫਿਸ ਦੇ ਵਿੱਚ ਕੰਮ ਕਰ ਚੁੱਕਾ ਵਾਂ। ਅਤੇ ਜੇ ਆਪਾਂ ਸਕੂਲ ਟਰਸਟੀ ਦੀ ਗੱਲ ਕਰਦੇ ਹਾਂ, ਸੋ ਮੇਰੇ ਲਈ ਦੇਖੋ ਇਹ ਇੰਪੋਰਟੈਂਟ ਸੀਗਾ ਕਿ ਜਦੋਂ ਹੁਣ ਅਸੀਂ ਮੈਂ ਇੰਨੇ ਸਾਲ ਕੈਂਪੇਨਾਂ ਦੇ ਵਿੱਚ ਕੰਮ ਕੀਤਾ ਸੀ, ਦੇਖਿਆ ਕਿ ਜਿਹੜੇ ਇਸ਼ੂਜ਼ ਆ ਲੋਕ ਬੜੇ ਆਪਣੇ ਬੱਚਿਆਂ ਦੀ ਗੱਲ ਕਰਦੇ ਆ ਅਤੇ ਆਪਾਂ ਨੂੰ ਇਹ ਵੀ ਸਮਝਣਾ ਪੈਣਾ ਕਿ ਸਾਡੇ ਸਕੂਲਸ ਹੀ ਸਾਡਾ ਫਿਊਚਰ ਹੈ, ਕਿਉਂਕਿ ਜਦੋਂ ਸਾਡੇ ਬੱਚੇ ਉੱਥੇ ਪੜ੍ਹਦੇ ਆ ਇਹਨਾਂ ਨੇ ਅੱਗੇ ਜਾ ਕੇ ਵੱਡੀਆਂ ਜੋਬਸ ਵੀ ਕਰਨੀਆਂ। ਈਵਨ ਦੇ ਵਿਲ ਬੀ ਰਨਿੰਗ ਫॉर ਦੀ ਆਫਿਸ, ਜਿਵੇਂ ਮੈਂ ਅੱਜ ਇਲੈਕਸ਼ਨ ਲੜ ਰਿਹਾ ਉਹ ਵੀ ਕਿੱਦਾਂ ਲੜ ਰਹੇ ਹੋਣਗੇ। ਤਾਂ ਸਾਡਾ ਫਿਊਚਰ ਜਿਹੜਾ ਬਹੁਤ ਇੰਪੋਰਟੈਂਟ ਆ। ਅਤੇ ਜਦ ਮੈਂ ਇੰਨੇ ਸਾਲਾਂ ਦੇ ਵਿੱਚ ਦੇਖਿਆ, ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀਗਾ, ਸਾਡੇ ਜਿਹੜੇ ਇਸ਼ੂਜ਼ ਆ ਅੱਜ ਵੀ ਉਹੀ ਨੇ। ਸੋ ਮੈਨੂੰ ਲੱਗਿਆ ਕਿ ਸ਼ਾਇਦ ਕਈ ਵਾਰੀ ਆਪਾਂ ਸਾਈਡ ਲਾਈਨ 'ਤੇ ਬੈਠ ਕੇ ਨਹੀਂ ਦੇਖ ਸਕਦੇ, ਹਮੇਸ਼ਾ ਤੁਹਾਨੂੰ ਆਪ ਵੀ ਅੱਗੇ ਹੋ ਕੇ ਕੁਝ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਅਤੇ ਕੰਮ ਕਰਨਾ ਪੈਂਦਾ। ਸੋ ਤਾਂ ਕਰਕੇ ਮੈਂ ਡਿਸਾਈਡ ਕੀਤਾ ਕਿ ਐਤਕੀ ਸਕੂਲ ਟਰਸਟੀ ਦੇ ਲਈ ਵੀ ਮੈਨੂੰ ਵੀ ਅੱਗੇ ਹੋ ਕੇ ਕੰਮ ਕਰਨਾ ਪੈਣਾ। ਹਾਂਜੀ ਜੀ, ਜੇ ਅਸੀਂ ਉਸ ਤੋਂ ਅਲੱਗਾ ਗੱਲ ਕਰੀਏ, ਤੁਹਾਡੀ ਮੈਂ ਕੈਂਪੇਨਿੰਗ ਦੇਖ ਰਹੀ ਸੀ, ਤੁਸੀਂ ਪਹਿਲਾਂ ਤਾਂ ਕੰਗਰੈਚੁਲੇਸ਼ਨਸ, ਤੁਸੀਂ 10,000 ਜਿਹੜੇ ਡੋਰਸ ਨੇ ਉਹ 3 ਦਿਨ ਪਹਿਲਾਂ ਆਈ ਥਿੰਕ ਸੋ ਨੌਕ ਕਰ ਚੁੱਕੇ ਹੋ। ਤੁਹਾਡੀ ਟੀਮ ਜਿਹੜੀ ਹੈ, ਅਸੀਂ ਗੱਲ ਵੀ ਕਰ ਰਹੇ ਸੀ ਕਿ ਕਾਫੀ ਵੱਡੀ ਟੀਮ ਤੁਹਾਡੇ ਕੋਲ ਹੈਗੀ ਆ। ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰੀਏ ਤਾਂ ਪੀਲ ਦੇ ਵਿੱਚ ਜਿਹੜਾ ਹੈ ਉਹ ਕਾਫੀ ਇਫੈਕਟ ਹੈ ਇਸ ਕਮਿਊਨਿਟੀ ਦਾ, ਕਾਫੀ ਵੱਡਾ ਭਾਈਚਾਰਾ ਸਾਡਾ ਇੱਥੇ ਹੈਗਾ। ਔਰ ਤੁਸੀਂ ਇੱਥੇ ਬੀਇੰਗ ਸਾਊਥ ਏਸ਼ੀਅਨ ਜਦੋਂ ਪੜ੍ਹੇ ਹੋ, ਤੁਸੀਂ ਉਹ ਫਸਟ ਹੈਂਡ ਐਕਸਪੀਰੀਅੰਸ ਕੀਤਾ ਹੋਊਗਾ ਉਹ ਇਸ਼ੂਜ਼ ਜੋ ਸਾਡੇ, ਚਾਹੇ ਉਹ ਆਊਟਲੁੱਕ ਹੋਵੇ, ਚਾਹੇ ਸਾਡੀ ਬੈਕਗਰਾਊਂਡ ਹੋਵੇ, ਚਾਹੇ ਸਾਨੂੰ ਜਿਹੜੀ ਇੱਥੇ ਟਰਬਲ ਆਉਂਦੀ ਆ, ਉਹਦੀ ਤੁਸੀਂ ਗੱਲ ਜਿਹੜੀ ਹੈ ਉਹ ਆਪਣੀ ਕੈਂਪੇਨ 'ਚ ਵੀ ਕਰ ਰਹੇ ਹੋ ਕਿ ਤੁਸੀਂ ਉਹ ਜਿਹੜਾ ਗੈਪ ਹੈ ਉਹਨੂੰ ਬ੍ਰਿਜ ਕਰਨਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਉਹ ਗੈਪ ਹੈ ਕੀ, ਔਰ ਕੀ ਤੁਹਾਡੇ ਕੋਲ ਸੋਲਿਊਸ਼ਨ ਹੈ, ਕਿਸ ਤਰੀਕੇ ਨਾਲ ਤੁਸੀਂ ਉਹਨੂੰ ਬ੍ਰਿਜ ਕਰਨ ਦਾ ਸੋਚ ਰਹੇ ਹੋ? ਹਾਂਜੀ, ਸੋ ਜਿੱਦਾਂ ਕਿ ਮੈਂ ਕਿਹਾ ਕਿ ਕਈ ਸਾਡੇ ਜਿਹੜੇ ਇਸ਼ੂਜ਼ ਆ ਜਿਹੜੇ ਜਦੋਂ ਮੈਂ ਸਕੂਲ ਦੇ ਵਿੱਚ ਸੀਗਾ ਉਦੋਂ ਦੇ ਉਹ ਚੱਲਦੇ ਆ ਰਹੇ ਆ, ਅਤੇ ਉਹਦੇ ਵਿੱਚ ਕੁਛ ਕੁ ਨੂੰ ਮੈਂ ਹਾਈਲਾਈਟ ਕਰਨਾ ਚਾਹੂੰਗਾ। ਪਹਿਲੀ ਗੱਲ ਤਾਂ ਇੱਕ ਪਲੈਨਿੰਗ ਦੀ ਆਪਣੀ ਜਿਹੜੀ ਘਾਟ ਆ ਸਕੂਲਸ ਦੇ ਵਿੱਚ। ਜਦੋਂ ਅੱਜ ਆਪਾਂ ਦੇਖਦੇ ਹਾਂ ਵੀ ਸਕੂਲਸ ਬਣਦੇ ਨੇ, ਨਾਲ ਹੀ ਪੋਰਟੇਬਲ ਜਿਹੜੇ ਲੈ ਆਉਂਦੇ ਜਾਂਦੇ ਨੇ, ਕਿਉਂਕਿ ਉਹ ਅਸੀਂ ਇਹ ਨਹੀਂ ਦੇਖ ਰਹੇ ਕਿ ਜਿਹੜੀ ਸਾਡੀ ਪਾਪੂਲੇਸ਼ਨ ਗਰੋਥ ਹੋ ਰਹੀ ਆ ਉਹਦੇ ਹਿਸਾਬ ਨਾਲ ਨਹੀਂ ਬਣਾਈ ਜਾਂਦੀਆਂ ਜਿਹੜੀਆਂ ਸਾਡੀਆਂ ਬਿਲਡਿੰਗਸ ਆ। ਸੋ ਦੈਟਸ ਵਨ ਆਫ ਦ ਥਿੰਗਸ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਪਲਾਨ ਉਸ ਹਿਸਾਬ ਨਾਲ ਕਰੀਏ ਜਿਸ ਹਿਸਾਬ ਦੀ ਸਾਡੀ ਸਿਟੀ ਦੀ ਪਾਪੂਲੇਸ਼ਨ ਹੈਗੀ, ਤਾਂ ਜੋ ਸਾਡੇ ਬੱਚਿਆਂ ਨੂੰ ਪੋਰਟੇਬਲ ਦੇ ਵਿੱਚ ਨਾ ਪੜ੍ਹਨਾ ਪਵੇ। ਅਤੇ ਮੈਂ ਖੁਦ ਉਹ ਪੋਰਟੇਬਲ ਦੇ ਵਿੱਚ ਪੜ੍ਹਿਆ ਹੋਇਆ ਵਾ। ਜਦੋਂ ਅਸੀਂ ਦੇਖਿਆ ਗਰਮੀ ਦੇ ਵਿੱਚ ਵੀ ਸਾਨੂੰ ਉੱਥੇ ਪੜ੍ਹਾਇਆ ਜਾਂਦਾ ਸੀਗਾ, ਵਿੰਟਰ ਦੇ ਵਿੱਚ ਵੀ। ਦੈਟਸ ਨਾਟ ਹਾਊ ਆਵਰ ਕਿਡਸ ਸ਼ੁੱਡ ਬੀ ਇਨ ਸਕੂਲ। ਸਾਨੂੰ ਇਹ ਕਰਨਾ ਚਾਹੀਦਾ ਕਿ ਜਿਹੜਾ ਅਸੀਂ ਫਿਊਚਰ ਲਈ ਪਲਾਨ ਕਰੀਏ ਅਤੇ ਉਹ ਅਸੀਂ ਇੱਦਾਂ ਹੀ ਕਰ ਸਕਦੇ ਹਾਂ ਤਾਂ ਜੋ ਅਸੀਂ ਬੋਰਡ ਜਿਹੜਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਉੱਥੇ ਜਾ ਕੇ ਵੋਇਸ ਬਣ ਸਕੀਏ ਸਾਡੇ ਪੇਰੈਂਟਸ ਦੀ ਅਤੇ ਸਟੂਡੈਂਟਸ ਦੀ। ਤਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਅਵੇਅਰ ਕਰ ਸਕੀਏ ਕਿ ਜਿਹੜੀ ਸਾਡੀ ਪਾਪੂਲੇਸ਼ਨ ਹੈ, ਕਈ ਵਾਰੀ ਸੈਂਸਰ ਦੇ ਹਿਸਾਬ ਨਾਲ ਕਈ ਹੁਣ ਲੋਕ ਬੇਸਮੈਂਟ 'ਚ ਵੀ ਰਹਿੰਦੇ ਨੇ, ਅਪਾਰਟਮੈਂਟਸ ਵਿੱਚ ਵੀ ਰਹਿੰਦੇ ਨੇ, ਤਾਂ ਉਹ ਕਈ ਵਾਰੀ ਉਹ ਐਡ ਹੀ ਨਹੀਂ ਹੁੰਦੇ ਸਾਡੀ ਪਾਪੂਲੇਸ਼ਨ ਦੇ ਵਿੱਚ, ਕਿ ਪਰ ਸਾਡੀ ਸਿਟੀ ਦੀ ਗਰੋਥ ਬਹੁਤ ਜ਼ਿਆਦਾ ਹੈਗੀ ਆ। ਸੋ ਜਿਹੜੀ ਸਾਡੀ ਪਲੈਨਿੰਗ ਆ ਸਕੂਲ ਦੀ ਉਹ ਸਾਡੀ ਗਰੋਥ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ, ਉਹ ਬਹੁਤ ਜ਼ਰੂਰੀ ਆ। ਦੂਸਰੀ ਗੱਲ ਆਪਾਂ ਮੈਂਟਲ ਹੈਲਥ ਦੀ ਕਰਨੀ ਚਾਹਾਂਗੇ, ਜਿਹੜੇ ਕਿ ਇਹ ਇਸ਼ੂ ਆ ਆਪਾਂ ਨੂੰ ਬਹੁਤ ਸਾਲਾਂ ਤੋਂ ਪਤਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਹੈਗਾ। ਅਤੇ
ਕਈ ਵਾਰੀ ਸਾਡੇ ਕੋਲ ਰਿਸੋਰਸਸ ਹੀ ਨਹੀਂ ਹੈਗੇ ਕਿ ਅਸੀਂ ਅਰਲੀ ਔਨ ਕੈਚ ਔਨ ਕਰ ਸਕੀਏ, ਸਾਡੇ ਬੱਚੇ ਉਹ ਤੋਂ ਸਫਰ ਕਰਦੇ ਨੇ। ਤੇ ਕੋਵਿਡ ਦੇ ਵਿੱਚ ਤਾਂ ਸਪੈਸ਼ਲੀ ਸਾਨੂੰ ਉਦੋਂ ਜ਼ਿਆਦਾ ਅਸੀਂ ਦੇਖਿਆ ਕਿ ਉਹਦਾ ਇਫੈਕਟ ਬਹੁਤ ਜ਼ਿਆਦਾ ਹੋਇਆ ਬੱਚਿਆਂ ਦੇ ਉੱਤੇ, ਕਿ ਜਦੋਂ ਉਹਨਾਂ ਨੂੰ ਘਰ ਹੀ ਰਹਿਣਾ ਪਿਆ ਤੇ ਬਾਹਰ ਕਿਤੇ ਖੇਡ ਵੀ ਨਹੀਂ ਸਕਦੇ ਸੀਗੇ ਤੇ ਉਹਨਾਂ ਦੀ ਮੈਂਟਲ ਹੈਲਥ 'ਤੇ ਬਹੁਤ ਇਫੈਕਟ ਪਿਆ। ਉਹਦੇ ਲਈ ਅਸੀਂ ਕੁਛ ਕੁ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ। ਇੱਕ ਤਾਂ ਇਹ ਕਿ ਅਸੀਂ ਨਰਸਿਸ ਨੂੰ ਥੋੜ੍ਹੀਆਂ ਜਿਹੜੀਆਂ ਮੈਂਟਲ ਹੈਲਥ ਦੀਆਂ ਐਕਸਪਰਟਸ ਹੈਗੀਆਂ ਉਹਨਾਂ ਨੂੰ ਸਕੂਲ ਦੇ ਵਿੱਚ ਲਿਆ ਕੇ ਅਵੇਲੇਬਲ ਕਰਨਾ ਚਾਹੁੰਦੇ ਹਾਂ, ਤਾਂ ਜੇ ਬੱਚਿਆਂ ਨੂੰ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਉਹ ਉਹਦੀ ਹੈਲਪ ਸੀਕ ਕਰ ਸਕਦੇ ਅਰਲੀ ਔਨ। ਕਿਉਂਕਿ ਕਈ ਵਾਰੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹੈਲਪ ਲੈਣੀ ਕਿੱਦਾਂ, ਤੇ ਪੇਰੈਂਟਸ ਦੇ ਕੋਲ ਵੀ ਇੰਨੀ ਨੌਲੇਜ ਕਈ ਵਾਰੀ ਨਹੀਂ ਹੁੰਦੀ ਕਿ ਉਹ ਕਿੱਥੇ ਹੈਲਪ ਕਰਨ ਜਾਂ ਕਿਹਦੇ ਨਾਲ ਗੱਲ ਕਰਨ। ਸੋ ਆਈ ਵਾਂਟ ਟੂ ਮੇਕ ਸ਼ੋਰ ਲਾਈਕ ਆਈ ਬ੍ਰਿਜ ਦਾ ਗੈਪ ਬਿਟਵੀਨ ਦ ਬੋਰਡ, ਸਟੂਡੈਂਟਸ ਐਂਡ ਪੇਰੈਂਟਸ, ਤੇ ਉੱਥੇ ਅਸੀਂ ਉਹਨਾਂ ਦੇ ਲਈ ਉਹ ਜਿਹੜੀ ਹੈਲਪ ਆ ਉਹ ਪ੍ਰੋਵਾਈਡ ਕਰ ਸਕੀਏ। ਦੂਸਰੀ ਗੱਲ, ਅਸੀਂ ਮੈਂਟਲ ਹੈਲਥ ਦੇ ਉੱਪਰ ਹੀ ਮੈਂ ਚਾਹੁੰਦਾ ਕਿ ਕੋਈ ਇੱਕ ਐਜੂਕੇਸ਼ਨ ਦੇ ਵਿੱਚ ਹੀ ਕਰਿਕੂਲਮ ਹੋਵੇ ਜਿੱਥੇ ਕਿਡਸ ਨੂੰ ਸਮਝਾਇਆ ਜਾਵੇ ਤੇ ਪੇਰੈਂਟਸ ਨੂੰ ਵੀ ਥੋੜ੍ਹਾ ਜਿਹਾ ਦੱਸਿਆ ਜਾਵੇ ਕਿ ਇਹ ਸਾਈਨਸ ਹੁੰਦੇ ਨੇ, ਸਿੰਪਟਮਸ ਹੁੰਦੇ ਨੇ ਜੇ ਤੁਹਾਡਾ ਬੱਚਾ ਮੈਂਟਲ ਹੈਲਥ ਨਾਲ ਸਫਰ ਕਰ ਰਿਹਾ ਵਾ। ਸੋ ਉਹ ਚੀਜ਼ਾਂ ਜੇ ਆਪਾਂ ਕਰਾਂਗੇ ਉਹਦੇ ਨਾਲ ਜਿਹੜਾ ਇੱਕ ਟੈਂਜੀਬਲ ਚੇਂਜ ਲਿਆਂਦਾ ਜਾ ਸਕਦਾ, ਤੇ ਜਿਹੜੇ ਸਾਡੇ ਬੱਚੇ ਸਫਰ ਕਰਦੇ ਮੈਂਟਲ ਹੈਲਥ ਨਾਲ ਉਹ ਅਸੀਂ ਕਾਫੀ ਹੱਦ ਤੱਕ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਤੇ ਤੀਸਰਾ ਕਿ ਜਿਹੜਾ ਬਹੁਤ ਮੇਨ ਇਸ਼ੂ ਉਹ ਹੈਗਾ ਸੇਫਟੀ। ਸਕੂਲ ਦੇ ਵਿੱਚ ਸਾਡੀ ਗਰੋਥ ਵੀ ਬਹੁਤ ਹੋ ਰਹੀ ਹੈ ਇਸ ਕਮਿਊਨਿਟੀ ਦੇ ਵਿੱਚ, ਪਰ ਅਸੀਂ ਹਰ ਰੋਜ਼ ਨਿਊਜ਼ ਦੇਖਦੇ ਹਾਂ ਕਿ ਸਕੂਲ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਜਾਂ ਫਿਰ ਬੱਚੇ ਸਾਡੇ ਡਰੱਗਸ ਦੇ ਵਿੱਚ ਕਈ ਵਾਰੀ ਇਨਵੋਲਵਡ ਹੋ ਜਾਂਦੇ ਨੇ, ਤਾਂ ਸਾਨੂੰ ਉਹਨਾਂ ਨੂੰ ਰੋਕਣਾ ਪੈਣਾ ਉਹ ਕੰਮ ਤੋਂ। ਉਹ ਅਸੀਂ ਕਿੱਦਾਂ ਕਰ ਸਕਦੇ ਹਾਂ? ਜੇ ਅਸੀਂ ਇਨਵੈਸਟਮੈਂਟ ਕਰੀਏ ਐਕਸਟਰਾ ਕਰਿਕੂਲਮ ਦੇ ਵਿੱਚ, ਸਾਨੂੰ ਇਨਵੈਸਟਮੈਂਟ ਕਰਨੀ ਪੈਣੀ ਹੈ ਕਿ ਬੱਚਿਆਂ ਦੇ ਲਈ ਸਕੂਲ ਦੇ ਵਿੱਚ ਹੀ ਗੇਮਾਂ ਦਾ ਅਰੇਂਜਮੈਂਟ ਹੋਵੇ ਤੇ ਨਾਲ ਹੀ ਹੋਰ ਕਲੱਬਸ ਵੀ ਹੋਣ ਜਿੱਥੇ ਉਹ ਜੇ ਆਫਟਰ ਸਕੂਲ ਵੀ ਸਕੂਲ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਕੋਲ ਰਿਸੋਰਸ ਤੇ ਆਪਰਚੁਨਿਟੀਜ਼ ਹੈਗੀ ਆ। ਕਿਉਂਕਿ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਸਕੂਲ ਦੇ ਵਿੱਚੋਂ ਐਥਲੀਟਸ ਪ੍ਰੋਡਿਊਸ ਕਰੀਏ, ਨਾ ਕਿ ਜਿਹੜੇ ਬੱਚੇ ਗ੍ਰੈਜੂਏਟ ਹੁੰਦੇ ਕਦੇ ਆਪਾਂ ਸੁਣਦੇ ਕਾਰ ਜੈਕਿੰਗ ਕਰਦੇ ਆ ਜਾਂ ਫਿਰ ਕੋਈ ਹੋਰ ਰੋਬਰੀਜ਼ ਕਰਦੇ ਆ, ਕਿੰਨੀ ਯੰਗ ਏਜ ਦੇ ਬੱਚੇ ਹੁੰਦੇ ਆ, ਰਾਈਟ। ਸੋ ਵੀ ਹੈਵ ਟੂ ਮੇਕ ਸ਼ੋਰ ਅਸੀਂ ਉਹਨਾਂ ਨੂੰ ਆਪਰਚੁਨਿਟੀਜ਼ ਪ੍ਰੋਵਾਈਡ ਕਰੀਏ ਸਕੂਲ ਦੇ ਅੰਦਰ ਹੀ, ਤਾਂ ਜੋ ਉਹ ਗਲਤ ਕੰਮਾਂ 'ਚ ਲੱਗਣ ਨਾ। ਕਿਉਂਕਿ ਜੇ ਅਸੀਂ ਉਹਨਾਂ ਨੂੰ ਫਿਊਚਰ ਦੇ ਲਈ ਰੈਡੀ ਕਰ ਰਹੇ ਹਾਂ ਤੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਪਤਾ ਕਿ ਸਾਨੂੰ ਜੌਬਸ ਵਧੀਆ ਮਿਲਣਗੀਆਂ, ਕੋਈ ਬੱਚਾ ਕ੍ਰਾਈਮ ਵੱਲ ਨਹੀਂ ਜਾਊਗਾ। ਸੋ ਸਾਨੂੰ ਇਸ ਲਈ ਮੈਂ ਕਹਿਣਾ ਹੁੰਦਾ ਕਿ ਰੀਜ਼ਨ ਕਿ ਮੈਂ ਇਹ ਟਰਸਟੀ ਦੇ ਲਈ ਲੜ ਕੇ ਰਿਹਾ ਇਲੈਕਸ਼ਨ, ਇਹਦਾ ਵੱਡਾ ਕਾਰਨ ਇਹੀ ਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਪ੍ਰੋਬਲਮਸ ਆ ਜਿਹੜੀਆਂ ਉਹ ਜਦੋਂ ਬੱਚੇ ਹਾਈ ਸਕੂਲ ਤੋਂ ਬਾਹਰ ਜਾ ਕੇ ਜਦੋਂ ਕੋਈ ਕ੍ਰਾਈਮ ਕਰਦਾ ਜਾਂ ਡਰੱਗ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਆਪਣੀ ਕਮਿਊਨਿਟੀ ਦੇ ਵਿੱਚ, ਅਸੀਂ ਉਹਨੂੰ ਹਾਈ ਸਕੂਲ ਦੇ ਵਿੱਚ ਹੀ ਰੋਕਣਾ ਚਾਹੁੰਦੇ ਹਾਂ। ਅਸੀਂ ਜਦੋਂ ਬੱਚਾ ਸਕੂਲ ਦੇ ਵਿੱਚ ਹੀ ਆ ਉੱਥੇ ਹੀ ਉਹ ਸਾਨੂੰ ਕੰਮ ਕਰਨਾ ਪੈਣਾ ਤਾਂ ਜੋ ਕਿ ਸਾਨੂੰ ਫਿਊਚਰ ਦੇ ਵਿੱਚ ਜਾ ਕੇ ਸਾਡਾ ਜਿਹੜਾ ਫਿਊਚਰ ਆ ਉਹ ਖਰਾਬ ਨਾ ਹੋਵੇ। ਜੀ ਤਰਨ, ਮੈਂਟਲ ਹੈਲਥ ਦੇ ਨਾਲ ਰਿਲੇਟਡ ਇੱਕ ਕੁਐਸਚਨ ਪੁੱਛਣ ਲੱਗੀ ਹਾਂ ਕਿ ਜਿਵੇਂ ਤੁਸੀਂ ਸਾਊਥ ਏਸ਼ੀਅਨ ਬੈਕਗਰਾਊਂਡ ਤੋਂ, ਕਈ ਵਾਰੀ ਕੀ ਹੁੰਦਾ ਹੈ ਕਿ ਬੱਚਾ ਜਦੋਂ ਜਿਵੇਂ ਤੁਸੀਂ ਹੁਣ ਉੱਥੋਂ ਇੱਥੇ ਆਏ, ਇੰਡੀਆ ਤੋਂ ਫੋਰ ਇੰਸਟੈਂਸ ਤੁਸੀਂ ਇੱਥੇ ਆਏ ਹੋ ਜਾਂ ਕੋਈ ਹੋਰ ਆਪਣੇ ਮੁਲਕਾਂ ਤੋਂ ਇੱਥੇ ਆਉਂਦਾ, ਉਹਦੇ 'ਚ ਇੱਕ ਸੈਂਸ ਆਫ ਇੱਕ ਹੁੰਦਾ ਕਿ ਵੀ ਮੈਂ ਇਹਨਾਂ ਨਾਲੋਂ ਅਲੱਗ ਹਾਂ। ਇੱਕ ਉਹ ਪ੍ਰੈਸ਼ਰ ਤੁਹਾਡੇ 'ਚ ਸਕੂਲ 'ਚ ਪੜ੍ਹਦਿਆਂ ਇੱਕ ਉਹ ਹੁੰਦਾ, ਇੱਕ ਤੁਹਾਡਾ ਆਪਣੇ ਪੈਰੈਂਟਸ ਨੂੰ ਲੈ ਕੇ ਬਹੁਤ ਤੁਹਾਡੇ 'ਤੇ ਪ੍ਰੈਸ਼ਰ ਹੁੰਦਾ ਕਿਉਂਕਿ ਤੁਹਾਨੂੰ ਲੱਗਦਾ ਵੀ ਇਹ ਮੇਰੇ ਬਾਕੀ ਸਕੂਲਮੇਟਸ ਤੇ ਪੈਰੈਂਟਸ ਦੇ ਨਾਲ ਮੈਚ ਨਹੀਂ ਕਰਦੇ। ਲੈਂਗੁਏਜ ਦਾ ਬੈਰੀਅਰ ਜਿਹੜਾ ਆ ਉਹ ਵੀ ਪੈਰੈਂਟਸ ਨੂੰ ਸਾਹਮਣਾ ਕਰਨਾ ਪੈਂਦਾ। ਜੇ ਆਪਾਂ ਮੈਂਟਲ ਹੈਲਥ ਦੀ ਗੱਲ ਕਰੀਏ ਤਾਂ ਕੋਈ ਟਰਬਲ ਜੇ ਸਕੂਲ ਦੇ ਵਿੱਚ ਆ ਰਹੀ ਆ ਤੇ ਕਈ ਵਾਰੀ ਉਹ ਪੈਰੈਂਟਸ ਨੂੰ ਵੀ ਅਸੀਂ ਨਹੀਂ ਦੱਸ ਪਾਉਂਦੇ ਉਸ ਤਰੀਕੇ ਨਾਲ ਜਾਂ ਸਮਝਾ ਪਾਉਂਦੇ, ਔਰ ਸਾਡੀ ਕਮਿਊਨਿਟੀ ਦੀ ਇਹ ਬਹੁਤ ਕਹਿ ਲਓ ਨਾਟ ਸੋ ਪੋਜ਼ੀਟਿਵ ਗੱਲ ਹੈ ਵੀ ਅਸੀਂ ਐਕਨੋਲੇਜ ਹੀ ਨਹੀਂ ਕਰਦੇ ਕਿ ਮੈਂਟਲ ਹੈਲਥ ਜਿਹੜੀ ਆ ਉਹ ਇਸ਼ੂ ਵੀ ਹੈਗਾ। ਸੋ ਇਹ ਜਿਹੜਾ ਗੈਪ ਤੁਸੀਂ ਕਹਿ ਲਓ ਸਿਰਫ ਪੈਰੈਂਟਸ ਤੇ ਸਟੂਡੈਂਟਸ ਤੇ ਟੀਚਰਸ ਟਰਾਇੰਗਲ ਜਿਹੜਾ ਬਣ ਰਿਹਾ, ਇਹਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਗੈਪ ਨੂੰ ਅਸੀਂ ਫਿਲ ਕਰਨਾ, ਉਹ ਤੁਹਾਨੂੰ ਲੱਗਦਾ ਕਿ ਵੀ ਇੱਕ ਸਿਰਫ ਸਟੂਡੈਂਟ ਨੂੰ ਇੱਕ ਆਪਾਂ ਗੇਮਸ 'ਚ ਪਾ ਕੇ ਜਾਂ ਕੁਛ ਕਰਕੇ ਕਰ ਸਕਦੇ ਹਾਂ, ਜਾਂ ਤੁਹਾਨੂੰ ਲੱਗਦਾ ਵੀ ਟੀਚਰਸ ਦੀ ਪੈਰੈਂਟਸ ਦੀ ਵੀ ਕੁਛ ਉਹਨਾਂ ਨੂੰ ਵੀ ਕੋਈ ਇੱਦਾਂ ਦੀ ਜਿਹੜੀ ਆਪਾਂ ਗੱਲ ਕਹੀਏ ਜਾਂ ਉਹਨਾਂ ਨੂੰ ਵੀ ਕੁਛ ਇੱਦਾਂ ਦਾ ਦੱਸੀਏ ਜੋ ਸਟੂਡੈਂਟ ਨੂੰ ਵੀ ਸਮਝ ਸਕਣ? ਕਿਉਂਕਿ ਸਟੂਡੈਂਟ 'ਤੇ ਅਸੀਂ ਪ੍ਰੈਸ਼ਰ ਸਟੱਡੀ ਤੋਂ ਨਾਲ ਐਕਸਟਰਾ ਤਾਂ ਪਾ ਰਹੇ ਹਾਂ, ਪਰ ਕਿਉਂਕਿ ਇੱਥੇ ਖਾਸੀਅਤ ਇਹ ਗੱਲ ਹੋ ਜਾਂਦੀ ਹੈ ਕਿ ਜਦੋਂ ਸਟੂਡੈਂਟ ਗਲਤੀ ਕਰਦਾ ਟੀਚਰ ਉਹਨੂੰ ਗੌਲਦਾ ਨਹੀਂ ਆ, ਉਹ ਪੈਰੈਂਟਸ ਨੂੰ ਕਹਿੰਦਾ ਵੀ ਤੁਸੀਂ ਠੀਕ ਕਰ ਲਓ। ਪੈਰੈਂਟਸ ਸੋਚਦੇ ਆ ਵੀ ਸਕੂਲ ਜਾ ਕੇ ਠੀਕ ਹੋ ਜਾਏਗਾ, ਹੈ ਨਾ। ਸਟੂਡੈਂਟ ਇਹਦੇ 'ਚ ਘਿਰਦਾ ਰਹਿੰਦਾ ਔਰ ਕਿਹੜੀ ਡਾਇਰੈਕਸ਼ਨ ਉਹ ਲਊਗਾ ਉਹ ਸਮਾਂ ਦੱਸਦਾ। ਸੋ ਇਹਨੂੰ ਲੈ ਕੇ ਤੁਹਾਡੇ ਕੋਲ ਕੀ ਪਲਾਨ ਹੈ? ਹਾਂਜੀ, ਸੋ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਕੀਤਾ ਮੈਨੂੰ। ਸੋ ਜਿਹੜੀ ਇਹ ਸਭ ਤੋਂ ਇੱਕ ਮੇਨ ਪ੍ਰੋਬਲਮ ਇਹੀ ਹੈ ਜਦੋਂ ਇੰਟੀਗ੍ਰੇਸ਼ਨ ਦੀ ਆਉਂਦੀ ਹੈ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਆ, ਸੋ ਉਹ ਆਪਾਂ ਨੂੰ ਦੇਖਣਾ ਪੈਣਾ ਕਿ ਬੋਰਡ ਲੈਵਲ ਤੇ ਅਸੀਂ ਉੱਥੇ ਕੀ ਕਰ ਸਕਦੇ ਹਾਂ। ਉਹਦੇ ਵਿੱਚ 2-3 ਗੱਲਾਂ ਜਿਹੜੀਆਂ ਟੈਂਜੀਬਲ ਥਿੰਗਸ ਯੂ ਕੈਨ ਡੂ ਟੂ ਸੋਲਵ ਥੀਸ ਪ੍ਰੋਬਲਮਸ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜਿਹੜਾ ਬੋਰਡ ਆ ਇਕੱਲੇ ਬੱਚਿਆਂ ਦੇ ਨੇ, ਜਦੋਂ ਮੈਂ
ਕਿਹਾ ਵੀ ਮੈਂਟਲ ਹੈਲਥ ਦੇ ਅਸੀਂ ਸੈਮੀਨਾਰ ਕਰ ਸਕਦੇ ਹਾਂ ਕਿ ਜਿਹੜੀ ਸਾਡੀ ਕਮਿਊਨਿਟੀ ਆਰਗੇਨਾਈਜੇਸ਼ਨ ਕਈ ਬਣੀਆਂ ਹੋਈਆਂ ਨੇ ਜਿਹੜੀਆਂ ਇਸ ਇਸ਼ੂ ਦੇ ਉੱਤੇ ਕੰਮ ਕਰਦੇ ਨੇ, ਸੋਚ ਵਰਗੀਆਂ। ਅਸੀਂ ਇਕੱਲੀਆਂ ਬੱਚਿਆਂ ਦੇ ਲਈ ਨਹੀਂ, ਪੇਰੈਂਟਸ ਦੇ ਨਾਲ ਵੀ ਉਹਨਾਂ ਦੇ ਸੈਮੀਨਾਰ ਅਸੀਂ ਕਰ ਸਕਦੇ ਹਾਂ ਸਕੂਲ ਦੇ ਅੰਦਰ, ਜਿੱਥੇ ਅਸੀਂ ਪੇਰੈਂਟਸ ਨੂੰ ਵੀ ਇਨਵਾਈਟ ਕਰੀਏ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਜੇ ਉਹਨਾਂ ਦਾ ਬੱਚਾ ਕੋਈ ਸਫਰ ਕਰ ਰਿਹਾ ਵਾ ਮੈਂਟਲ ਹੈਲਥ ਤੋਂ ਤਾਂ ਉਹਨੂੰ ਅਰਲੀ ਔਨ ਕਿੱਦਾਂ ਕੈਚ ਕੀਤਾ ਜਾ ਸਕਦਾ। ਫਿਰ ਜਿਹੜਾ ਦੂਸਰਾ ਸਟੈਪ ਆ, ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਸਫਰ ਕਰ ਰਿਹਾ ਉਹ ਤੋਂ, ਤਾਂ ਤੁਸੀਂ ਹੈਲਪ ਕਿੱਥੋਂ ਜਾ ਕੇ ਲੈਣੀ ਆ, ਰਾਈਟ। ਸੋ ਉਹ ਜਿਹੜੀ ਮੇਨ ਗੱਲ ਉਹੀ ਹੈ ਕਿ ਪਹਿਲੀ ਗੱਲ ਤਾਂ ਪੇਰੈਂਟਸ ਕਈ ਵਾਰੀ ਸਮਝਦੇ ਨਹੀਂ ਗਏ ਕਿ ਉਹਨਾਂ ਦਾ ਬੱਚਾ ਸਫਰ ਕਰ ਰਿਹਾ ਵਾ। ਜੇ ਉਹ ਸਮਝਦੇ ਨੇ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹੈਲਪ ਕਿੱਥੋਂ ਲੈਣੀ ਆ। ਸੋ ਉਹ ਜਿਹੜੀ ਚੀਜ਼ ਆ ਉਹਦੇ ਲਈ ਅਸੀਂ ਟੈਂਜੀਬਲ ਥਿੰਗਸ ਉਹੀ ਕਰ ਸਕਦੇ, ਸੈਮੀਨਾਰ ਅਸੀਂ ਕਰ ਸਕਦੇ ਹਾਂ ਤੇ ਅਸੀਂ ਜਿਹੜਾ ਹੋਰ ਅਵੇਅਰ ਕਰ ਸਕਦੇ ਉਹਨਾਂ ਨੂੰ। ਵੀ ਨੀਡ ਟੂ ਐਜੂਕੇਟ ਦ ਪੇਰੈਂਟਸ ਐਜ਼ ਵੈਲ। ਤੇ ਜਿਹੜੀ ਦੂਸਰੀ ਗੱਲ ਤੁਸੀਂ ਟੀਚਰ ਦੀ ਕੀਤੀ, ਉਹਦੇ ਲਈ ਸਾਨੂੰ ਸਕੂਲ ਦੇ ਵਿੱਚ ਰੈਪਰੈਜ਼ੈਂਟੇਸ਼ਨ ਚਾਹੀਦੀ ਆ। ਰੈਪਰੈਜ਼ੈਂਟੇਸ਼ਨ ਦੇ ਨਾਲ ਇੱਦਾਂ ਹੋਊਗਾ, ਜੇ ਤੁਹਾਡੀ ਕਮਿਊਨਿਟੀ ਦੇ ਉੱਤੇ ਸਕੂਲ ਦੇ ਵਿੱਚ ਚਾਹੇ ਉਹ ਨਰਸਿਸ ਆ ਜਾਂ ਟੀਚਰਸ ਆ ਜਿਹੜੇ ਉਹ ਬੈਠੇ ਹੋਣਗੇ, ਉਹ ਕਮਿਊਨਿਟੀ ਨੂੰ ਸਮਝਦੇ ਆ, ਕਿਉਂਕਿ ਹਰ ਕਲਚਰ ਆ ਜਿਹੜਾ ਕਮਿਊਨਿਟੀ ਉਹ ਬਹੁਤ ਡਿਫਰੈਂਟ ਆ। ਤੇ ਸਾਨੂੰ ਜਿਹੜੀ ਅਸੀਂ ਇੱਕ ਅਪਰੋਚ ਨਹੀਂ ਰੱਖ ਸਕਦੇ ਸਾਰੇ ਕਮਿਊਨਿਟੀ ਦੇ ਲਈ। ਵੀ ਹੈਵ ਟੂ ਬੀ ਯੂਨੀਕ ਫॉर ਐਵਰੀ ਕਮਿਊਨਿਟੀ। ਤੇ ਉਹਦੇ ਲਈ ਸਾਨੂੰ ਦੇਖਣਾ ਪੈਣਾ ਕਿ ਸਾਡੀ ਰੈਪਰੈਜ਼ੈਂਟੇਸ਼ਨ ਹੈਗੀ ਆ ਹਰ ਕਮਿਊਨਿਟੀ ਦੀ ਸਕੂਲ ਦੇ ਵਿੱਚ, ਤਾਂ ਜੋ ਪੇਰੈਂਟਸ ਨੂੰ ਕਦੇ ਵੀ ਇੱਦਾਂ ਨਾ ਲੱਗੇ ਕਿ ਜੀ ਅਸੀਂ ਸਕੂਲ 'ਚ ਜਾ ਕੇ ਆਪਣੀ ਗੱਲ ਵੀ ਨਹੀਂ ਸਮਝਾ ਸਕਦੇ। ਹੁਣ ਜੇ ਤੁਸੀਂ ਇੱਦਾਂ ਹੀ ਕਿਹਾ ਵੀ ਕੋਈ ਬੱਚਾ ਜੇ ਇੰਡੀਆ ਤੋਂ ਆ ਰਿਹਾ ਵਾ, ਉਹਦੇ ਪੇਰੈਂਟਸ ਦੇ ਕੋਲ ਉਹ ਨਾ ਤਾਂ ਲੈਂਗੁਏਜ ਸਕਿੱਲ ਹੁੰਦਾ, ਨਾ ਹੀ ਉਹਨਾਂ ਕੋਲ ਰੀਸੋਰਸਿਸ ਹੁੰਦਾ ਕਿ ਉਹ ਸਕੂਲ ਜਾ ਕੇ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਦੇਣ ਕਿ ਜੀ ਬੱਚਾ ਜੇ ਘਰੇ ਜਾ ਕੇ ਰੂਮ 'ਚ ਹੀ ਬੈਠਾ ਰਹਿੰਦਾ ਤਾਂ ਉੱਥੇ ਕੋਈ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਦਾ ਉਹਨਾਂ ਨਾਲ, ਇਹਦਾ ਮਤਲਬ ਹੈ ਸਮਥਿੰਗ ਰੋਂਗ, ਰਾਈਟ। ਤੇ ਮੈਂ ਉਹ ਚਾਹੁੰਦਾ ਕਿ ਆਈ ਵਾਂਟ ਟੂ ਬੀ ਦ ਬ੍ਰਿਜ ਬਿਟਵੀਨ parents, teachers and the students as well. So ਜੋ ਵੀ ਆਪਾਂ ਕਰ ਸਕਦੇ ਗੱਲਬਾਤ, ਕਿਉਂਕਿ ਦੇਖੋ ਮੈਂ ਇੱਥੋਂ ਹੀ ਸਾਰਾ ਪੜ੍ਹਿਆ ਕਰਕੇ ਮੈਂ ਬੱਚਿਆਂ ਨਾਲ ਵੀ ਰਿਲੇਟ ਕਰ ਸਕਦਾ ਕਿ ਜੇ ਉਹ ਕਿਸੇ ਇਸ਼ੂ ਦੇ ਥਰੂ ਹੋ ਰਹੇ ਨੇ, then I can understand because I've been in their place at once, right? ਤੇ ਦੂਸਰੀ ਗੱਲ ਜਿਹੜੀ ਪੇਰੈਂਟਸ ਦੇ ਨਾਲ ਵੀ ਮੈਂ ਸਮਝਦਾ ਕਿ ਕਮਿਊਨਿਟੀ ਦੇ ਆਪਣੇ ਵੀ ਕਿੰਨੇ ਇਸ਼ੂ ਹੈਗੇ ਨੇ ਤੇ ਉਹਨਾਂ ਨੂੰ ਕਿਸ ਢੰਗ ਨਾਲ ਆਪਾਂ ਸਮਝਣਾ ਤੇ ਹੱਲ ਕਰ ਸਕਦੇ ਹਾਂ। ਸੋ ਦਿਸ ਇਜ਼ ਵਾਈ ਆਈ ਥਿੰਕ ਆਈ ਐਮ ਇਨ ਅ ਯੂਨੀਕ ਪੋਜੀਸ਼ਨ ਜਿੱਥੇ ਕਿ ਮੈਂ ਪੇਰੈਂਟਸ ਤੇ ਬੱਚਿਆਂ ਦੇ ਨਾਲ ਇਕੱਠੇ ਰਲ ਕੇ ਅਸੀਂ ਕੋਈ ਨਾ ਕੋਈ ਸੋਲੂਸ਼ਨ ਲੱਭ ਸਕਦੇ ਹਾਂ ਇਹਦੇ ਲਈ। ਜੀ ਤੁਹਾਨੂੰ ਗੱਲਾਂ ਬਾਤਾਂ ਜੇ ਅਸੀਂ ਹੋਰ ਵੀ ਕਰਨੀਆਂ ਨੇ, ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਅਸੀਂ ਗੱਲਬਾਤ ਕਰ ਰਹੇ ਹਾਂ ਤਰਨਵੀਰ ਧਾਲੀਵਾਲ ਹੋਣਾ ਦੇ ਨਾਲ, ਜੋ ਕਿ ਪੀਲ ਸਕੂਲ ਬੋਰਡ ਟਰਸਟੀ ਵਾਰਡ 9 ਤੇ 10 ਤੋਂ ਕੈਂਡੀਡੇਟ ਨੇ। ਜੇ ਅਸੀਂ ਗੱਲ ਕਰੀਏ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀਗਾ ਕਿ ਮੈਂ ਇੱਥੋਂ ਦੇ ਸਟੂਡੈਂਟਸ ਦੇ ਨਾਲ ਵੀ ਰਿਲੇਟ ਕਰ ਸਕਦਾ। ਇਹਦੇ ਤੇ ਅਗਲਾ ਸਵਾਲ ਹੈ ਕਿ ਤੁਹਾਡੇ ਜਿਹੜੇ ਨਾਲ ਕੈਂਡੀਡੇਟ ਹੋਰ ਰਨ ਕਰ ਰਹੇ ਨੇ, ਜਾਂ ਜੇ ਅਸੀਂ ਕਮਿਊਨਿਟੀ ਦੀ ਵੀ ਗੱਲ ਕਰੀਏ ਤਾਂ ਇਹ ਗੱਲ ਵੀ ਹਾਈਲਾਈਟ ਹੋ ਰਹੀ ਹੈ ਕਿ ਸਿਰਫ ਇੱਥੇ ਪੜ੍ਹੇ ਹੋਣਾ ਹੀ ਕਾਫੀ ਨਹੀਂ ਹੈ। ਜੇ ਅਸੀਂ ਗੱਲ ਕਰੀਏ ਇੱਕ ਵਿਜ਼ਨ ਦੀ, ਜੇ ਗੱਲ ਕਰੀਏ ਅਸੀਂ ਚੇਂਜ ਲਿਆਉਣ ਦੀ ਗੱਲ ਕਰੀਏ, ਫਿਰ ਪੋਸੀਬਿਲਿਟੀਜ਼ ਦੀ, ਸਿਰਫ ਇਹ ਗੱਲ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ। ਇਸ ਤੋਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਾਂ ਤੁਸੀਂ ਇਹਦੇ ਤੇ ਕੀ ਐਡ ਔਨ ਕਰਨਾ ਚਾਹੁੰਦੇ ਵੀ ਕਿਵੇਂ ਇਹ ਚੀਜ਼ ਤੁਹਾਨੂੰ ਹੈਲਪ ਕਰੂਗੀ, ਕਿਵੇਂ ਦੂਸਰੇ ਕੈਂਡੀਡੇਟਸ ਦੇ ਨਾਲੋਂ ਤੁਸੀਂ ਆਪਦੇ ਆਪ ਨੂੰ ਬੈਟਰ ਮੰਨਦੇ ਹੋ? ਹਾਂਜੀ, ਸੋ ਤੁਸੀਂ ਬੜਾ ਵਧੀਆ ਸਵਾਲ ਕੀਤਾ। ਸੋ ਇਹਦੇ ਵਿੱਚ ਆਪਾਂ ਨੂੰ ਇਹ ਦੇਖਣਾ, ਜਿਵੇਂ ਪਹਿਲਾਂ ਵੀ ਕਿਹਾ ਕਿ ਇਕੱਲੀ ਐਜੂਕੇਸ਼ਨ ਦੇ ਨਾਲ ਨਹੀਂ ਸਰਨਾ, ਰਾਈਟ। ਸੋ ਮੇਰੇ ਕੋਲ ਐਜੂਕੇਸ਼ਨ ਵੀ ਹੈਗਾ, ਆਪਣੇ ਕੋਲ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਵੀ ਹੈਗਾ। ਕਿਉਂਕਿ ਤੁਸੀਂ ਦੇਖੋ ਇਸ਼ੂਜ਼, ਜਿਵੇਂ ਕਿਹਾ ਮੈਂ ਇੱਥੋਂ ਪੜ੍ਹਿਆ ਕਰਕੇ ਮੈਂ ਆਇਡੈਂਟੀਫਾਈ ਕਰ ਸਕਦਾ ਕਿ ਜਦੋਂ ਜਿਵੇਂ ਆਪਾਂ ਕਹਿੰਦੇ ਸੀਗੇ ਕਿ ਇਸ਼ੂਜ਼ ਜ਼ਿਆਦਾਤਰ ਉਹੀ ਨੇ ਜਦੋਂ ਮੈਂ ਵੀ ਹਾਈ ਸਕੂਲ ਦੇ ਵਿੱਚ ਸੀਗਾ। ਤੇ ਪਰ ਆਪਾਂ ਹੁਣ ਜਿਹੜਾ ਐਕਸਪੀਰੀਅੰਸ ਵੀ ਹੈਗਾ ਆਪਣੇ ਕੋਲ ਕੰਮ ਦਾ, ਚਾਹੇ ਉਹ ਫੈਡਰਲ ਗਵਰਨਮੈਂਟ ਵਿੱਚ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਕੰਮ ਕਰਨ ਦਾ, ਉਹ ਤੋਂ ਤੁਹਾਨੂੰ ਇਹ ਵੀ ਪਤਾ ਕਿ ਉਹ ਇਸ਼ੂ ਨੂੰ ਆਪਾਂ ਐਡਵੋਕੇਟ ਕਿੱਦਾਂ ਕਰ ਸਕਦੇ ਆ, ਉਹਨੂੰ ਹੱਲ ਕਿੱਦਾਂ ਕਰ ਸਕਦੇ ਆ। ਕਿਉਂਕਿ ਪਰ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਇਸ਼ੂਜ਼ ਬਾਰੇ ਪਤਾ ਹੋਣਾ ਚਾਹੀਦਾ, ਤੇ ਤੁਹਾਨੂੰ ਉਦੋਂ ਹੀ ਪਤਾ ਲੱਗੂ ਜੇ ਤੁਸੀਂ ਉਹ ਆਪ ਹੰਢਾਏ ਹੋਣ ਜਾਂ ਤੁਸੀਂ ਉਹ ਸਿਸਟਮ ਦੇ ਵਿੱਚੋਂ ਹੋ ਕੇ ਗਏ ਹੋਣ। ਹੁਣ ਜੇ ਕੋਈ ਆਮ ਨਾਟ ਗੋਇੰ ਟੂ ਸੇ ਐਨੀ ਕੈਂਡੀਡੇਟ, ਪਰ ਜੇ ਕੋਈ ਵੀ ਕੈਂਡੀਡੇਟ ਆ ਉਹ ਸਕੂਲ ਦੇ ਵਿੱਚ ਹੀ ਨਹੀਂ ਪੜ੍ਹਿਆ, ਤਾਂ ਉਹ ਤੁਸੀਂ ਕਿੱਦਾਂ ਸਮਝ ਸਕਦੇ ਹੋ ਕਿ ਉਹਨਾਂ ਨੂੰ ਉਹ ਬੱਚਿਆਂ ਦੇ ਨਜ਼ਰੀਏ ਤੋਂ ਕਿੱਦਾਂ ਦੇਖਣਗੇ, ਉਹਨਾਂ ਨੂੰ ਕਿੱਦਾਂ ਪਤਾ ਹੋਣਾ ਕਿ ਅਸਲ 'ਚ ਰੀਅਲ ਇਸ਼ੂ ਕੀ ਆ। ਹੁਣ ਜਿਵੇਂ ਆਪਾਂ ਪੋਰਟੇਬਲ ਦੀ ਗੱਲ ਕੀਤੀ ਸੀਗੀ, ਮੈਂ ਉਹ ਪੋਰਟੇਬਲ ਦੇ ਵਿੱਚ ਖੁਦ ਪੜ੍ਹਿਆ ਵਾਂ। ਸੋ ਮੈਨੂੰ ਪਤਾ ਕਿ ਗਰਮੀ ਜਾਂ ਠੰਡ ਦੇ ਵਿੱਚ ਕਿੱਦਾਂ ਬੱਚੇ ਉੱਥੇ ਸਫ਼ਰ ਕਰਦੇ ਨੇ। ਜਿਹੜਾ ਕਦੇ ਕੈਂਡੀਡੇਟ ਉੱਥੇ ਗਿਆ ਹੀ ਨਹੀਂ ਗਾ,
ਉਹ ਤੁਹਾਨੂੰ ਬਾਹਰੋਂ ਕੁਝ ਵਾਅਦੇ ਤਾਂ ਕਰ ਸਕਦੇ, ਪਰ ਉਹਨਾਂ ਦੇ ਕੋਲ ਐਕਸਪੀਰੀਅੰਸ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਇਸ਼ੂਜ਼ ਹੈ ਕੀ ਆ ਤੇ ਉਹਨਾਂ ਨੂੰ ਅਸੀਂ ਹੱਲ ਕਿਵੇਂ ਕਰਨਾ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਹਾਂਜੀ ਸਾਨੂੰ ਇਸ਼ੂ ਵੀ ਪਤਾ ਹੋਣੇ ਚਾਹੀਦੇ ਆ ਤੇ ਤੁਹਾਡੇ ਕੋਲ ਕਮਿਊਨਿਟੀ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਵਾ। ਜੀ, ਜੇ ਅਸੀਂ ਅੱਗੇ ਗੱਲ ਕਰੀਏ ਤਾਂ ਬੜੀਆਂ ਬੇਸਿਕ ਪ੍ਰੋਬਲਮਸ ਨੇ ਸਕੂਲਸ ਦੀਆਂ। ਪੀਲ ਦੀ ਗੱਲ ਕਰੀਏ, ਜਿਹੜੀਆਂ ਮੈਨੂੰ ਲੱਗਦਾ ਕਾਫੀ ਦੇਰ ਤੋਂ ਚੱਲੀਆਂ ਹੀ ਆ ਰਹੀਆਂ ਨੇ ਤੇ ਉੱਥੇ ਦੀਆਂ ਉੱਥੇ ਹੀ ਨੇ, ਇਲੈਕਸ਼ਨਸ ਹੋ ਕੇ ਲੰਘ ਜਾਂਦੀਆਂ, ਪ੍ਰੋਬਲਮਸ ਜਿਹੜੀਆਂ ਨੇ ਉੱਥੇ ਹੀ ਨੇ। ਜਿਵੇਂ ਕਈ ਸਕੂਲਸ ਦੀਆਂ ਬਾਉਂਡਰੀਜ਼ ਹੀ ਨਹੀਂ ਹੈਗੀਆਂ, ਬਾਹਰ ਵਾਲਸ ਹੀ ਨਹੀਂ ਹੈਗੀਆਂ। ਕਈ ਵਾਰੀ ਜਦੋਂ ਪੈਰੈਂਟਸ, ਕਿਉਂਕਿ ਸਾਡੇ ਸਾਈਡ ਤੇ ਕਈ ਵਾਰੀ ਪੈਰੈਂਟਸ, ਗ੍ਰੈਂਡ ਪੈਰੈਂਟਸ ਜਿਹੜੇ ਨੇ, ਬਜ਼ੁਰਗ ਹੁੰਦੇ ਨੇ, ਉਹ ਛੱਡਣ ਚਲੇ ਜਾਂਦੇ ਨੇ ਆਪਦੇ ਬੱਚੇ ਨੂੰ। ਸਨੋ ਦਾ ਸੀਜ਼ਨ ਹੁੰਦਾ, ਸਨੋ ਵੀ ਨਹੀਂ ਚੱਕੀ ਹੁੰਦੀ ਔਰ ਤੁਸੀਂ ਵਾਕ ਕਰਕੇ ਛੱਡ ਕੇ ਆ ਰਹੇ ਆ। ਇਹ ਬਹੁਤ ਬੇਸਿਕ ਗੱਲ ਹੈ, ਸੁਣਨ 'ਚ ਬਹੁਤ ਬੇਸਿਕ ਲੱਗਦੀ ਹੈ, ਪਰ ਜਦੋਂ ਅਸੀਂ ਆਪਦੇ ਗ੍ਰੈਂਡ ਪੈਰੈਂਟਸ ਨੂੰ ਅੱਗੇ ਭੇਜਦੇ ਹਾਂ ਵੀ ਤੁਸੀਂ ਜਾਓ, ਪਿਕ ਕਰ ਲਿਆਓ, ਛੱਡ ਆਓ, ਉੱਥੇ ਉਹ ਡਿੱਗ ਜਾਣ ਜਾਂ ਉਹਨਾਂ ਨੂੰ ਜਾਂ ਬੱਚੇ ਨੂੰ ਕੋਈ ਸੱਟ ਲੱਗ ਜੇ, ਇਹ ਤਾਂ ਬਹੁਤ ਬੇਸਿਕ ਗੱਲ ਹੈ। ਇਹ ਚੀਜ਼ਾਂ ਵੀ ਜੇ ਹੱਲ ਨਹੀਂ ਹੋ ਪਾ ਰਹੀਆਂ ਤਾਂ ਤੁਹਾਨੂੰ ਕੀ ਲੱਗਦਾ ਵੀ ਇਸ ਰੋਲ ਤੇ ਆ ਕੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਕਿਵੇਂ ਨਜਿੱਠੋਗੇ? ਹਾਂਜੀ, ਸੋ ਸਾਨੂੰ ਉਹੀ ਹੈ ਕਿ ਸਾਨੂੰ ਕੈਂਡੀਡੇਟ ਚਾਹੀਦਾ ਜਿਹੜਾ ਕਿ ਇਹਨਾਂ ਇਸ਼ੂ ਨੂੰ ਸਮਝਦਾ ਹੋਵੇ ਤੇ ਉਹਨਾਂ ਨੂੰ ਹੱਲ ਕਰਨ ਦਾ ਵੀ ਉਹਨਾਂ ਨੂੰ ਐਕਸਪੀਰੀਅੰਸ ਹੋਵੇ। ਆਪਾਂ ਨੂੰ ਕੈਂਡੀਡੇਟ ਚਾਹੀਦੇ ਜਿਹੜੇ ਕਿ ਦੂਸਰੇ ਵੀ ਜਿਹੜੇ ਲੈਵਲਸ ਆਫ ਗਵਰਨਮੈਂਟ ਆ ਉਹਨਾਂ ਦੇ ਨਾਲ ਕੰਮ ਕਰ ਸਕੇ। ਜਿਵੇਂ ਤੁਸੀਂ ਸਨੋ ਦੀ ਗੱਲ ਕੀਤੀ ਆ, ਆਬਵੀਅਸਲੀ ਸਾਨੂੰ ਚਾਹੀਦਾ ਕਿ ਅਸੀਂ ਸਿਟੀ ਕਾਉਂਸਲਰ ਜਿਹੜੇ ਲੋਕਲ ਹੈਗੇ ਨੇ ਤੇ ਮੇਅਰ ਆ, ਅਸੀਂ ਸਿਟੀ ਦੇ ਨਾਲ, ਸਿਟੀ ਕਾਉਂਸਲ ਨਾਲ ਵਧੀਆ ਕੰਮ ਕਰੀਏ ਤਾਂ ਜੋ ਵੀ ਅਸੀਂ ਉਹ ਇਸ਼ੂ ਨੂੰ ਹੱਲ ਕਰ ਸਕੀਏ। ਕਿਉਂਕਿ ਜਦੋਂ ਵੀ ਆਪਾਂ ਇਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ, ਉਹ ਕੋਈ ਇੱਕ ਕੈਂਡੀਡੇਟ ਜਾਂ ਇਲੈਕਟਡ ਰੈਪਰੈਜ਼ੈਂਟੇਟਿਵ ਦੀ ਰਿਸਪੌਂਸਿਬਿਲਿਟੀ ਨਹੀਂ ਆਪਾਂ ਨੂੰ ਬਣਾਉਣੀ ਚਾਹੀਦੀ। ਉਹ ਆਪਾਂ ਨੂੰ ਜੇ ਰਲ ਕੇ ਕੰਮ ਕਰਾਂਗੇ ਤਾਂ ਉਹਦਾ ਰਿਜ਼ਲਟ ਵੀ ਉਨਾ ਵਧੀਆ ਹੀ ਆਊਗਾ। ਤੇ ਇਸ ਲਈ ਸਾਨੂੰ ਚਾਹੀਦਾ ਕਿ ਪੇਰੈਂਟਸ ਵੀ, ਜਿਵੇਂ ਤੁਸੀਂ ਵਧੀਆ ਸਵਾਲ ਕੀਤਾ, ਤਾਂ ਉਹਨਾਂ ਨੂੰ ਜਦੋਂ ਤੁਹਾਡੇ ਡੋਰ ਤੇ ਕੈਂਡੀਡੇਟ ਆਉਂਦੇ ਆ ਇਹ ਸਵਾਲ ਰੇਜ਼ ਕਰਨੇ ਚਾਹੀਦੇ ਨੇ। ਕਿਉਂਕਿ ਹਜੇ ਤੱਕ ਟੂ ਬੀ ਰੀਅਲੀ ਆਨੈਸਟ ਜਿਹੜੀ ਇਹ ਗੱਲ ਸੀਗੀ ਮੈਨੂੰ ਹਜੇ ਕਿਸੇ ਨੇ ਡੋਰ ਤੇ ਦੱਸੀ ਨਹੀਂ ਸੀ, ਬਟ ਦਿਸ ਇਜ਼ ਗੁੱਡ ਫॉर ਮੀ ਟੂ ਨੋ। ਕਿਉਂਕਿ ਜੇ ਆਪਾਂ ਐਡਵੋਕੇਟ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਆ, ਅਸੀਂ ਆਪਣੇ ਬੱਚਿਆਂ ਨੂੰ ਤੇ ਕਮਿਊਨਿਟੀ ਨੂੰ ਵਧੀਆ ਢੰਗ ਨਾਲ ਰੈਪਰੈਜ਼ੈਂਟੇਟਿਵ ਬਣਨਾ ਚਾਹੁੰਦੇ ਆ ਉਹਨਾਂ ਦੇ, ਤਾਂ ਸਾਨੂੰ ਚਾਹੀਦਾ ਕਿ ਸਾਨੂੰ ਉਹਨਾਂ ਦੇ ਅਸਲੀ ਜਿਹੜੇ ਹਰ ਰੋਜ਼ ਉਹਨਾਂ ਦੇ ਇਸ਼ੂ ਉਹ ਵੀ ਪਤਾ ਹੋਣੇ ਚਾਹੀਦੇ ਆ। ਇਸ ਲਈ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਵੀ ਸਾਡੇ ਜਿਹੜੇ ਇਲੈਕਟਡ ਅਫੀਸ਼ੀਅਲ ਉਹ ਇਕੱਠੇ ਕੰਮ ਕਰਨ, ਇਕੱਠੇ ਕੰਮ ਕਰਕੇ ਜਿਹੜੇ ਇਹਨਾਂ ਇਸ਼ੂਜ਼ ਦਾ ਹੱਲ ਕੀਤਾ ਜਾਵੇ। ਕਿਉਂਕਿ ਉਹ ਆਬਵੀਅਸਲੀ ਮੈਂ ਸਮਝਦਾ ਵਾਂ ਕਿ ਜੇ ਸੀਨੀਅਰ ਨੂੰ ਉਹ ਪ੍ਰੋਬਲਮ ਆ ਰਹੀ ਆ, ਉਹਨਾਂ ਦੇ ਕੋਲ ਉਹੋ ਜਿਹਾ ਰੈਪਰੈਜ਼ੈਂਟੇਟਿਵ ਚਾਹੀਦਾ ਕਿ ਜਿਹਦੇ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕਣ। ਹੁਣ ਜੇ ਉਹਨਾਂ ਨੂੰ ਉਹ ਪ੍ਰੋਬਲਮ ਆ ਰਹੀ ਹੈ, ਉਹ ਸਕੂਲ ਦੇ ਵਿੱਚ ਜਾਣਗੇ, ਦੇ ਡੋਨਟ ਇਵਨ ਹੈਵ ਦ ਲੈਂਗੁਏਜ ਟੂ ਜਿਹੜੀ ਕਿ ਉਹ ਜਾ ਕੇ ਉੱਥੇ ਆਪਣੀ ਗੱਲ ਰੱਖ ਸਕਣ। ਸੋ ਉੱਥੇ ਉਹ ਗੈਪ ਬਣ ਜਾਂਦਾ। ਜੇ ਕੱਲ੍ਹ ਨੂੰ ਮੈਂ ਟਰਸਟੀ ਬਣਦਾ ਵਾ ਤਾਂ ਉਹਨਾਂ ਕੋਲ ਚਲੋ ਆਪਦਾ ਇੱਕ ਰੈਪਰੈਜ਼ੈਂਟੇਟਿਵ ਹੋਊਗਾ ਜਿਹਦੇ ਨੂੰ ਉਹ ਫੋਨ ਕਰਕੇ ਦੱਸ ਸਕਦਾ ਜਾਂ ਬੁਲਾ ਕੇ ਉਹ ਦਿਖਾ ਸਕਦਾ ਕਿ ਸਾਨੂੰ ਇਹ ਇਸ਼ੂ ਆ ਰਿਹਾ ਇੱਥੇ, ਤੇ ਉਹਦੇ ਨਾਲ ਫਿਰ ਉਹਨਾਂ ਨਾਲ ਰਲ ਕੇ ਉਹਨੂੰ ਆਪਾਂ ਹੱਲ ਕਰ ਸਕਦੇ ਹਾਂ। ਜੀ, ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਅਪਰੋਚ ਕਰ ਸਕਦੇ ਨੇ ਵੀਆ ਫੋਨ ਜਾਂ ਈਮੇਲ ਜਾਂ ਜਿਵੇਂ ਵੀ, ਇਹਦੇ ਤੋਂ ਅਗਲਾ ਸਵਾਲ ਬਣਦਾ ਹੈ ਕਿ ਅਸਲ ਦੇ ਵਿੱਚ ਜੇ ਅਸੀਂ ਗੱਲ ਕਰੀਏ ਸਕੂਲ ਬੋਰਡ ਦੀ, ਤਾਂ ਕਿੰਨੇ ਕੁ % ਤੁਹਾਨੂੰ ਲੱਗਦਾ ਵੀ ਲੋਕ ਅਸਲ ਦੇ ਵਿੱਚ ਉਹਨਾਂ ਨੂੰ ਜਾਂ ਤਾਂ ਅਵੇਅਰਨੈਸ ਹੈ ਕਿ ਵੀ ਉਹਨਾਂ ਨੇ ਕਿਸੇ ਇਹੋ ਜਿਹੀ ਪ੍ਰੋਬਲਮ ਨੂੰ ਲੈ ਕੇ ਟਰਸਟੀ ਦੇ ਕੋਲ ਜਾਣਾ ਹੈ, ਜਾਂ ਕਿੰਨੇ ਕੁ ਤੁਹਾਨੂੰ ਲੱਗਦਾ % ਜਿਹੜੀ ਉਹ ਅਪਰੋਚ ਕਰਦੀ ਹੋਏਗੀ? ਕਿਉਂਕਿ ਜੇ ਅਸੀਂ ਦੇਖੀਏ ਤਾਂ ਅੰਦਾਜ਼ਾ ਲਾਈਏ ਤਾਂ ਕੋਈ ਬਹੁਤੇ ਲੱਗਦਾ ਨਹੀਂ ਹੈ ਕਿ ਲੋਕ ਜਿਨ੍ਹਾਂ ਨੂੰ ਇਹ ਪਤਾ ਵੀ ਹੋਏਗਾ ਵੀ ਅਸੀਂ ਇਸ ਰਿਸੋਰਸ ਕੋਲ ਜਾ ਕੇ ਹੈਲਪ ਲੈ ਸਕਦੇ ਹਾਂ। ਤੇ ਕਿਵੇਂ ਤੁਹਾਨੂੰ ਲੱਗਦਾ ਵੀ ਜੇ ਨਹੀਂ ਹੈਗੀ ਉਹ % ਓਨੀ ਗੁੱਡ, ਤੁਸੀਂ ਕਿਵੇਂ ਉਹਨੂੰ ਇਨਕਰੀਜ਼ ਕਰਨਾ ਚਾਹੋਗੇ? ਹਾਂਜੀ, ਸੋ ਜਿਹੜੀ ਮੇਨ ਗੱਲ ਹੁਣ ਵੀ ਜਦੋਂ ਮੈਂ ਡੋਰ ਨੌਕਿੰਗ ਕਰਦਾ, a lot of people don't know what their trustees do. ਉਹਨਾਂ ਨੂੰ ਇਹ ਨਹੀਂ ਪਤਾ ਕਿ ਟਰਸਟੀ ਹੈਗਾ ਤੇ ਉਹ ਕੀ ਕਰਦਾ। ਕਿਉਂਕਿ ਯੂਜਲੀ ਕਿੱਦਾਂ ਹੁੰਦਾ, ਜਦੋਂ ਇਲੈਕਸ਼ਨ, ਕਿਉਂਕਿ ਸੇਮ ਡੇ ਹੋਣੀ ਹੈ ਟਰਸਟੀ, ਮੇਅਰ, ਕਾਉਂਸਲਰ, ਰੀਜਨਲ ਕਾਉਂਸਲਰ, ਅਸੀਂ ਜ਼ਿਆਦਾ ਐਕਸਾਈਟਡ ਹੁੰਦੇ ਹਾਂ ਮੇਅਰ ਤੇ ਕਾਉਂਸਲਰ ਦੀ ਇਲੈਕਸ਼ਨ ਦੇ ਲਈ। ਉਹਦੇ ਕਰਕੇ ਉਹ ਜਿਹੜਾ ਦੇ ਓਵਰਸ਼ੈਡੋ ਓਵਰ ਟਰਸਟੀ ਇਲੈਕਸ਼ਨਸ, ਰਾਈਟ। ਪਰ ਜਿਹੜੀ ਮੇਨ ਗੱਲ ਇਹ ਹੈ ਤੇ ਮੈਂ ਤੁਹਾਡੇ ਇਹ ਸੋਚ ਦੇ ਰਾਹੀਂ ਲੋਕਾਂ ਨੂੰ ਦੱਸਣਾ ਵੀ ਚਾਹੂੰਗਾ ਕਿ trustee is responsible for your kids' education. ਸਕੂਲ ਜਿਹੜਾ ਸਾਡਾ ਫਿਊਚਰ ਆ ਉਹ ਸਕੂਲ ਦੇ ਵਿੱਚ ਆ, ਰਾਈਟ। ਜੇ ਸਾਨੂੰ ਕੋਈ ਪ੍ਰੋਬਲਮਸ ਆਉਂਦੀਆਂ ਜਾਂ ਜਿਹੜੇ ਬੱਚੇ ਸਾਨੂੰ ਕੱਲ੍ਹ ਨੂੰ ਪ੍ਰਾਊਡ ਕਰਨਗੇ, ਕੋਈ ਵੀ ਉੱਥੇ ਜਾ ਕੇ ਵਧੀਆ ਕੰਮ ਕਰਦੇ ਆ, ਉਹਨਾਂ ਦੀ ਰਿਸਪੌਂਸਿਬਿਲਿਟੀ ਟਰਸਟੀ ਤੋਂ ਸ਼ੁਰੂ ਹੁੰਦੀ ਆ। ਤੇ ਤਾਂ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਅਸੀਂ ਇਨਵੋਲਵਡ ਹੋਈਏ ਟਰਸਟੀ ਦੇ ਨਾਲ। ਜੇ ਉਹਨਾਂ ਦੇ ਇਸ਼ੂ ਆ, ਲੱਭੋਗੇ ਤੁਹਾਡਾ ਟਰਸਟੀ ਕੌਣ ਆ ਲੋਕਲ, ਤੇ ਉਹਨੂੰ ਕੰਟੈਕਟ ਕੀਤਾ ਜਾਵੇ। ਤੇ ਦੂਸਰੀ ਗੱਲ ਹੁਣ ਜਿਹੜੀ ਟਰਸਟੀ ਦੀ ਵੀ ਰਿਸਪੌਂਸਿਬਿਲਿਟੀ ਕੀ ਹੋਣੀ ਚਾਹੀਦੀ ਆ, ਤੁਸੀਂ ਇਕੱਲਾ ਇਲੈਕਸ਼ਨ ਵੇਲੇ ਇਕੱਲਾ ਕੈਂਪੇਨ ਨਾ ਕਰੋ।
ਆਪਾਂ ਨੂੰ ਵੀ ਚਾਹੀਦਾ ਜੇ ਮੈਂ ਵੀ ਇਲੈਕਟ ਹੁੰਨਾ ਮੇਰੀ ਅਪਰੋਚ ਇਹੀ ਰਹੂਗੀ ਕਿ ਮੈਂ ਜਿਵੇਂ ਹੁਣ ਵੀ ਆਪਾਂ ਕਿਹਾ ਵੀ ਜੇ ਆਪਾਂ 10,000 ਲੋਕਾਂ ਨਾਲ ਗੱਲਬਾਤ ਆਲਰੇਡੀ ਕਰ ਚੁੱਕੇ ਆ ਮੈਂ ਚਾਹੂੰਗਾ ਕਿ ਇਲੈਕਸ਼ਨ ਤੋਂ ਬਾਅਦ ਵੀ ਮੈਂ ਡੋਰ ਨੌਕਿੰਗ ਕਰਾਂ ਡੋਰ ਟੂ ਡੋਰ ਜਾਵਾਂ ਉਹਨਾਂ ਨੂੰ ਦੱਸਾਂ ਕਿ ਜੀ ਹਾਂ ਜੇ ਮੈਂ ਜਿੱਤਦਾ ਕਿ ਮੈਂ ਤੁਹਾਡਾ ਟਰਸਟੀ ਆ ਤੁਹਾਡੇ ਬੱਚੇ ਸਕੂਲ ਜਾਂਦੇ ਨੇ ਕੋਈ ਫੀਡਬੈਕ ਹੋਵੇ ਕੋਈ ਸਵਾਲ ਹੋਵੇ ਤੁਹਾਡਾ ਤਾਂ ਆ ਮੇਰਾ ਨੰਬਰ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਆਈ ਥਿੰਕ ਵੀ ਨੀਡ ਟੂ ਸਟਾਰਟ ਫਰਮ ਦ ਗਰਾਊਂਡ ਲੈਵਲ ਰਾਈਟ ਪਾਰਕ ਦੇ ਵਿੱਚ ਸਾਡੇ ਸੀਨੀਅਰਸ ਕਿੰਨੇ ਬੈਠੇ ਹੁੰਦੇ ਆ ਆਈ ਥਿੰਕ ਟਰਸਟੀ ਜਿਹੜਾ ਵੀ ਹੈਗਾ ਉਹਨੂੰ ਪਾਰਕ ਦੇ ਵਿੱਚ ਵੀ ਜਾਣਾ ਚਾਹੀਦਾ ਤੇ ਦੱਸਣਾ ਚਾਹੀਦਾ ਕਿ ਮੈਂ ਤੁਹਾਡਾ ਅਗੇਨ ਟਰਸਟੀ ਆ ਜੇ ਤੁਹਾਨੂੰ ਸੀਨੀਅਰ ਨੂੰ ਕੋਈ ਸਕੂਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਕਈ ਵਾਰੀ ਉਹ ਰੂਮ ਬੁੱਕ ਕਰਨਾ ਚਾਹੁੰਦੇ ਨੇ ਕੋਈ ਇਵੈਂਟ ਦੇ ਲਈ ਜਾਂ ਕਿੱਦਾਂ ਉਹਦੇ ਲਈ ਵੀ ਟਰਸਟੀ ਹੈਲਪ ਕਰ ਸਕਦਾ ਵਾ ਸੋ ਆਈ ਥਿੰਕ ਵੀ ਨੀਡ ਟੂ ਬੀ ਔਨ ਦ ਗਰਾਊਂਡ ਸੋ ਰਿਸਪੌਂਸਿਬਿਲਿਟੀ ਇਕੱਲੀ ਆਬਵੀਅਸਲੀ ਲੋਕਾਂ ਦੀ ਨਹੀਂ ਗੀ ਉਹ ਜਿਹੜੇ ਇਲੈਕਟਡ ਅਫੀਸ਼ੀਅਲਸ ਆ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਇਕੱਲਾ ਇਲੈਕਸ਼ਨ ਵੇਲੇ ਹੀ ਵਾਪਸ ਨਾ ਜਾਈਏ ਜਿਹੜਾ ਤੁਹਾਡੀ ਟਰਮ ਆ 4 ਸਾਲ ਦੀ ਉਹਦੇ ਵਿੱਚ ਵੀ ਅਸੀਂ ਡੋਰ ਨੌਕਿੰਗ ਕਰੀਏ ਪਾਰਕਸ ਦੇ ਵਿੱਚ ਜਾਈਏ ਤੇ ਜਿੰਨੇ ਵੀ ਇਵੈਂਟ ਹੁੰਦੇ ਆ ਕਮਿਊਨਿਟੀ ਦੇ ਉੱਤੇ ਵੀ ਜਾਈਏ ਤੇ ਲੋਕਾਂ ਨੂੰ ਦੱਸੀਏ ਕਿ ਅਸੀਂ ਇੱਥੇ ਹੈਗੇ ਆ ਜੇ ਕੋਈ ਫੀਡਬੈਕ ਔਰ ਕੁਐਸਚਨ ਹੋਵੇ ਪਲੀਜ਼ ਰੀਚ ਆਊਟ ਟੂ ਅਸ ਜੀ ਇਹਦੇ ਨਾਲ ਹੀ ਐਪੀਸੋਡ ਦੇ ਅਖੀਰ ਦੇ ਵਿੱਚ ਇੱਕ ਸਵਾਲ ਬਣਦਾ ਹੈ ਕਿ ਇਲੈਕਸ਼ਨ ਡੇ ਜਿਹੜਾ ਆ ਉਸ ਦਿਨ ਹੀ ਦੀਵਾਲੀ ਵੀ ਹੈ ਬੰਦੀ ਛੋੜ ਦਿਵਸ ਵੀ ਹੈ ਔਰ ਆਪਣੀ ਕਮਿਊਨਿਟੀ ਜਿਹੜੀ ਆ ਤਕਰੀਬਨ ਮੈਨੂੰ ਲੱਗਦਾ 2 ਸਾਲ ਤੋਂ ਬਾਅਦ ਇਕੱਠੀ ਹੋਊਗੀ ਔਰ 2 ਸਾਲ ਤੋਂ ਬਾਅਦ ਇਹ ਸਭ ਕੁਝ ਸੈਲੀਬ੍ਰੇਟ ਹੋਊਗਾ ਕਿਵੇਂ ਲੱਗਦਾ ਹੈ ਵੀ ਵੋਟ ਪਰਸੈਂਟੇਜ ਤੇ ਜਾਂ ਵੋਟਿੰਗ ਤੇ ਕਿਵੇਂ ਇੰਪੈਕਟ ਪਊਗਾ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਖੀਰ ਤੇ ਹਾਂਜੀ ਸੋ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹੁਣ ਕੋਵਿਡ ਤੋਂ ਬਾਅਦ ਆਪਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਕਿ ਜਿਹੜੀ ਵੋਟਿੰਗ ਆ ਬਹੁਤ ਘੱਟ ਹੋਈ ਆ ਤੇ ਇਸ ਲਈ ਮੈਂ ਤਾਂ ਆਬਵੀਅਸਲੀ ਕਹਿਣਾ ਚਾਹੂੰਗਾ ਲੋਕਾਂ ਨੂੰ ਇਨਕਰੇਜ ਕਰੂੰਗਾ ਕਿ ਤੁਸੀਂ ਬਾਹਰ ਜਾਓ ਵੋਟ ਜ਼ਰੂਰ ਪਾਓ ਕਿਉਂਕਿ ਇਹ ਹੱਕ ਅਸੀਂ ਬਹੁਤ ਲੜ ਕੇ ਲਿਆ ਵਾ ਬਹੁਤ ਸੈਕਰੀਫਾਈਸਸ ਵੀ ਹੋਏ ਨੇ ਜਿਹੜਾ ਵੀ ਕੈਂਡੀਡੇਟ ਤੁਹਾਡੀ ਪਸੰਦ ਦਾ ਹੋਵੇ ਉਹਨੂੰ ਜ਼ਰੂਰ ਵੋਟ ਪਾਓ ਹੁਣ ਜਿਹੜੀ ਦੀਵਾਲੀ ਦੀ ਆਪਾਂ ਗੱਲ ਕਰਦੇ ਆ ਅਕਤੂਬਰ 24 ਨੂੰ ਉਹ ਸਪੈਸ਼ਲੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਚਾਹੇ ਉਹ ਤਾਮਿਲ ਹਿੰਦੂਜ਼ ਪੰਜਾਬੀ ਕੋਈ ਵੀ ਹੋਵੇ ਉਹਨਾਂ ਨੇ ਆਬਵੀਅਸਲੀ ਦੀਵਾਲੀ ਸੈਲੀਬ੍ਰੇਟ ਕਰਨੀ ਆ ਅਸੀਂ ਤਾਂ ਚਾਹੁੰਦੇ ਸੀ ਵੀ ਚਲੋ ਕਿ ਜਿਹੜੀ ਸਾਡੀ ਸਿਟੀ ਆ ਤੇ ਪ੍ਰੋਵਿੰਸ ਜਿਨ੍ਹਾਂ ਨੇ ਉਹ ਡੇਟ ਰੱਖੀ ਆ ਉਹਨਾਂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀਗਾ ਕਿ ਉਹਦਾ ਸਾਡੀ ਵੋਟਿੰਗ ਦੇ ਉੱਤੇ ਬਹੁਤ ਇੰਪੈਕਟ ਪੈਣਾ ਵਾ ਵੀ ਐਕਸੈਸਿਬਲ ਨਹੀਂ ਹੋਣੀ ਕਿਉਂਕਿ ਦੇਖੋ ਜਿਹੜਾ ਵੋਟਿੰਗ ਦਾ ਰਾਈਟ ਜਿਵੇਂ ਪਹਿਲਾਂ ਹੀ ਕਿਹਾ ਕਿ ਸਾਨੂੰ ਬਹੁਤ ਲੜਾਈ ਤੋਂ ਬਾਅਦ ਮਿਲਿਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਕਿ ਐਕਸੈਸਿਬਲ ਹੋਣਾ ਚਾਹੀਦਾ ਕਿ ਕਿਸੇ ਨੂੰ ਇਦਾਂ ਨਾ ਹੋਵੇ ਕਿ ਮੈਨੂੰ ਕੰਮ ਤੋਂ ਛੁੱਟੀ ਲੈਣੀ ਪੈਣੀ ਆ ਜਾਂ ਫਿਰ ਉਹਨਾਂ ਕੋਲ ਟਾਈਮ ਨਹੀਂ ਹੋਣਾ ਵੋਟ ਪਾਉਣ ਦਾ ਸੋ ਵੀ ਨੀਡ ਟੂ ਮੇਕ ਸ਼ੋਰ ਦੈਟ ਵੋਟਿੰਗ ਇਜ਼ ਐਕਸੈਸਿਬਲ ਫॉर एवरीवन ਪਰ ਜਿਹੜੀ ਵਧੀਆ ਗੱਲ ਉਹ ਆ ਕਿ ਤੁਸੀਂ ਅਕਤੂਬਰ 14 ਤੇ 15 ਨੂੰ ਐਡਵਾਂਸ ਵੋਟਿੰਗ ਵੀ ਕਰ ਸਕਦੇ ਹੋ ਤੇ ਅਕਤੂਬਰ 8 ਐਂਡ 9 ਨੂੰ ਵੋਟ 9 ਐਂਡ 10 ਦੇ ਵਿੱਚ ਤੁਸੀਂ ਗੋਲਡ ਮੈਡਲ ਦੇ ਵਿੱਚ ਵੀ ਵੋਟ ਪਾ ਸਕਦੇ ਹੋ ਸੋ ਅਕਤੂਬਰ 8 ਤੇ 9 ਨੂੰ ਤੁਸੀਂ ਗੋਲਡ ਮੈਡਲ ਵੋਟ ਪਾ ਸਕਦੇ ਹੋ 14 ਤੇ 15 ਨੂੰ ਤੁਸੀਂ ਐਡਵਾਂਸ ਵੋਟ ਜਿਹੜੇ ਵੀ ਤੁਹਾਡੇ ਲੋਕਲ ਐਡਵਾਂਸ ਵੋਟਿੰਗ ਦੇ ਸਟੇਸ਼ਨ ਹੋਣਗੇ ਤੁਸੀਂ ਉੱਥੇ ਜਾ ਕੇ ਜ਼ਰੂਰ ਵੋਟ ਪਾਇਓ ਥੈਂਕ ਯੂ ਸੋ ਮਚ ਤਰਨ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਇਹ ਸਨ ਤਰਨਵੀਰ ਧਾਲੀਵਾਲ ਪੀਲ ਸਕੂਲ ਬੋਰਡ ਟਰਸਟੀ ਵਾਰਡ 9 ਤੇ 10 ਤੋਂ ਕੈਂਡੀਡੇਟ ਫਿਰ ਜਲਦ ਮਿਲਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ